ਉਹ ਕਹਿੰਦਾ ਜੀ ਮੇਰੀ ਦੇਖੋ ਮੌਰਗੇਜ ਮੇਰੀ ਇਨਕਮ ਨਾਲੋਂ ਜ਼ਿਆਦਾ ਹੋ ਗਈ ਆ ਜੀ ਤੇ ਬਾਕੀ ਕੰਮਕਾਰ ਡਾਵਾਡੋਲ ਨੇ। ਕਹਿੰਦੇ ਸਾਡੇ ਲਈ ਤਾਂ ਰਿਸੈਸ਼ਨ ਨਹੀਂ ਹੈ, ਤੁਸੀਂ ਅਫੀਸ਼ੀਅਲੀ ਡਿਕਲੇਅਰ ਕਰੋ ਭਾਵੇਂ ਨਾ ਕਰੋ। ਮਨਜਿੰਦਰ ਕੌਰ ਆਪਣੇ ਜਿਹੜੀ ਕਲਚਰ ਦੀ ਸਭ ਤੋਂ ਫੇਵਰਟ ਆਈਟਮ ਉਹਦੇ ਬਾਰੇ ਪੁੱਛ ਰਹੇ ਨੇ। gold. ਹਾਂਜੀ Now you said Manjinder Kaur, so I just guessed it क्योंकि you know ladies ਸਾਡੇ Indian ladies ਦਾ favorite ਚੀਜ਼ ਹੈਗੀ ਆ gold. ਜਿਵੇਂ ਲੋਕ ਕੋਈ ਵੱਡੀ ਕਾਰ ਇਸ ਕਰਕੇ ਥੋੜਾ ਲੈਂਦੇ ਵੀ ਉਹਦੇ ਕੋਲ ਜਿਹੜੀ ਪੁਰਾਣੀ ਕਾਰ ਹੈ ਉਹਦੀ ਕੋਈ ਪ੍ਰੋਬਲਮ ਹੈ ਜੀ ਲੋਕ ਲਾਈਫ ਸਟਾਈਲ ਵਾਸਤੇ ਲੋਕ ਬੈਟਰ ਆਪਣੇ ਆਪ ਨੂੰ ਲਾਈਫ ਸਟਾਈਲ ਤਾਂ ਐਸੇ ਇੰਡੀਆ ਦਾ ਫਿਰ ਵੀ ਚੰਗਾ ਹੈ ਸਰ। I may not subscribe to any one political opinion whether A, B, C. But one thing, he has a good track record, the way he's a straight shooter. I think he will handle the finances of this country better than anyone else. ਸੋ ਹੁਣ ਅਸੀਂ ਗੱਲਬਾਤ ਕਰਾਂਗੇ ਮਾਰਕੀਟ ਦੀ ਕੀ ਹਾਲਤ ਹੈ ਇਕਨੋਮੀ ਦੀ ਕੀ ਹਾਲਤ ਹੈ ਤੇ ਜਿਹੜੇ ਨਵੇਂ ਨੰਬਰ ਆਏ ਨੇ GDP ਦੇ ਉਹਨਾਂ ਦੀ ਰੋਸ਼ਨੀ 'ਚ ਬੈਂਕ ਆਫ ਕੈਨੇਡਾ ਦੀ ਜਿਹੜੀ ਸਟ੍ਰੈਟਜੀ ਹੈ ਸੋਚ ਹੈ ਉਹਦੇ 'ਚ ਕੋਈ ਫਰਕ ਪਏਗਾ ਜਾਂ ਨਹੀਂ ਪਏਗਾ। ਇਹਨਾਂ ਸਾਰੇ ਮੁੱਦਿਆਂ 'ਤੇ ਗੱਲਬਾਤ ਹੋਏਗੀ ਤੇ ਇਸ ਗੱਲਬਾਤ 'ਚ ਸਾਡੀ ਹੈਲਪ ਕਰਦੇ ਨੇ ਸੁਰਿੰਦਰਪਾਲ ਜੀ ਜਿਹੜੇ ਕਿ ਫਾਈਨੈਂਸ਼ੀਅਲ ਇਸ਼ੂ ਦੇ ਉੱਤੇ ਕਮੈਂਟ ਕਰਦੇ ਨੇ ਤੇ ਸਾਡੇ ਨਾਲ ਸਟੂਡੀਓ 'ਚ ਨੇ। ਸੁਰਿੰਦਰਪਾਲ ਜੀ ਬਹੁਤ ਬਹੁਤ ਤੁਹਾਡਾ ਸਵਾਗਤ। ਥੈਂਕ ਯੂ ਵੈਰੀ ਮਚ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਰੈਡ FM ਦੇ ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਔਰ ਨਮਸਕਾਰ ਔਰ ਆਦਾਬ ਜੀ। ਸ਼ੁਰੂ ਕਰਦੇ ਹਾਂ ਆਪਾਂ ਮਾਰਕੀਟ ਦੇ ਕੀ ਇਸ ਵੇਲੇ ਕੀ ਮੂਡ ਹੈ ਮਾਰਕੀਟ ਦਾ। ਮਾਰਕੀਟ ਦਾ ਬੜਾ ਅਪਬੀਟ ਮੂਡ ਹੈ ਸ਼ਮੀਲ ਜੀ। ਬੇਸਿਕਲੀ ਮਾਰਕੀਟ ਇਜ਼ ਐਕਸਪੈਕਟਿੰਗ ਕਿ ਆਲ ਦ ਗੁੱਡ ਨਿਊਜ਼ ਇਜ਼ ਤੁਸੀਂ ਦੇਖੋ ਫੋਰਥ ਕੁਆਰਟਰ ਸਾਨੂੰ ਇਹ ਅੰਦੇਸ਼ਾ ਸੀ ਸ਼ਾਇਦ we may fall in recession, but that R word is rejected. So there's no more chances of recession as of now in Canada, number one. Number two, ਕਿ ਜਿਹੜੇ Stats Canada ਨੇ ਜਨਵਰੀ ਦੇ ਆંકੜੇ ਦੱਸੇ ਹੈ ਕਿ our economy will grow by 0.5%, 0.4 or 0.5%, which is pretty good. ਔਰ ਕਿਉਂਕਿ ਅਸੀਂ worst ਮੰਨ ਕੇ ਚੱਲ ਰਹੀ ਸੀ ਤੇ ਉਹਨਾਂ worst ਨਹੀਂ ਹੈਗਾ। ਇਹਦਾ ਤੁਸੀਂ ਸ਼੍ਰੇ ਜਿਹੜਾ ਹੈ ਉਹ ਅਮਰੀਕਾ ਨੂੰ ਦੇ ਸਕਦੇ ਹਾਂ, ਅਮਰੀਕਨ ਕੰਜ਼ਿਊਮਰਸ ਨੂੰ ਦੇ ਸਕਦੇ ਹਾਂ। ਅਮਰੀਕਨ economy is robust. They have grown up in last quarter by more than 3%. ਔਰ ਮਤਲਬ ਜਿਹੜੇ ਵੀ ਇੰਟਰਸਟ ਵਧਾਏ ਨੇ ਚਾਹੇ ਅਮਰੀਕਾ ਨੇ ਚਾਹੇ ਕੈਨੇਡਾ ਨੇ, ਅਮਰੀਕਨ ਕੰਜ਼ਿਊਮਰ 'ਤੇ ਹਾਲੇ ਤੱਕ ਉਹਦਾ ਕੋਈ ਅਸਰ ਨਹੀਂ ਪਿਆ। ਸੈਕਿੰਡ ਕਿ ਅਸੀਂ ਫੋਰਥ ਕੁਆਰਟਰ ਦੇ ਅੰਦਰ ਜਿਹੜਾ ਆਇਲ ਦੀ ਸ਼ਿਪਮੈਂਟ ਹੈ ਬਹੁਤ ਜ਼ਿਆਦਾ ਹੋਈ ਹੈ। ਇਸ ਹਫਤੇ ਜਿਹੜੇ ਦੇਖੋ ਇਹ ਹਫਤਾ ਕੁਆਰਟਰਲੀ ਰਿਜ਼ਲਟਸ ਅਸੀਂ ਆ ਵੀ ਖਾਸ ਤੌਰ 'ਤੇ ਕੈਨੇਡੀਅਨ ਨੈਚੁਰਲ ਰਿਸੋਰਸਿਸ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੀ ਆਇਲ ਪ੍ਰੋਡਕਸ਼ਨ ਜਿਹੜੀ ਹੈ ਪਿਛਲੇ ਸਾਲ ਦੇ ਇਸੇ ਕੁਆਰਟਰ ਨਾਲੋਂ ਕਾਫੀ ਵਧੀ ਹੈਗੀ ਆ। ਔਰ ਸੈਕਿੰਡ ਇੱਕ ਹੋਰ ਕ੍ਰੈਸੈਂਟ ਐਨਰਜੀ ਕੰਪਨੀ ਹੈ, ਉਹਦੇ ਵੀ ਇਹੀ ਗੱਲ ਕਹਿਣਾ ਹੈ, ਉਹਨਾਂ ਦੇ ਵੀ ਆਪਣੀ ਕੁਆਰਟਰਲੀ ਅਰਨਿੰਗਸ ਨੂੰ ਬੀਟ ਕੀਤਾ ਹੈ, ਆਪਣਾ ਡਿਵੀਡੈਂਡ ਇਨਕਰੀਜ਼ ਕੀਤਾ ਹੈ। ਕਿਉਂਕਿ ਅਮਰੀਕਨ ਦੇ ਅੰਦਰ ਆਇਲ ਦੀ ਡਿਮਾਂਡ ਬਹੁਤ ਵੱਧ ਰਹੀ ਹੈ ਔਰ ਕੈਨੇਡਾ ਉਹਨੂੰ ਜ਼ਿਆਦਾ ਸਪਲਾਈ ਆਇਲ ਕਰ ਰਿਹਾ, ਇਸ ਕਰਕੇ ਸਾਡੀ ਜਿਹੜੀ GDP ਹੈ ਉਹ ਵੀ ਗਰੋ ਕਰ ਰਹੀ ਹੈ। ਇਹ ਨਹੀਂ ਹੈਗਾ ਕਿ ਸਾਡੀ GDP ਕਹਿ ਲਓ ਵੀ ਤੁਹਾਡੇ ਮੈਨੂਫੈਕਚਰਿੰਗ 'ਚ ਗਰੋ ਕਰ ਰਹੀ ਹੋਏ। ਸਰਵਿਸਿੰਗ ਸੈਕਟਰ ਮਸਟ ਬੀ ਡੂਇੰਗ ਓਕੇ, ਲੇਕਿਨ ਬਿਕਾਜ਼ ਆਫ ਦੀ ਐਕਸਪੋਰਟ ਆਫ ਦੀ ਆਇਲ ਆਵਰ GDP ਇਜ਼ ਡੂਇੰਗ ਗੁੱਡ। ਅਤੇ ਇਸ ਕਰਕੇ ਕਈ ਲੋਕ ਸ਼ਾਇਦ ਜਿਸ ਤਰ੍ਹਾਂ ਤੁਸੀਂ ਸਾਡੇ ਕਈ ਸਰੋਤੇ ਆ ਵੀ ਜਿਹਨਾਂ ਨੂੰ ਜੋਬ ਨਹੀਂ ਮਿਲ ਰਹੀ, ਉਹ ਸੋਚਦੇ ਵੀ ਜੋਬਾਂ ਹੈ ਕਿੱਥੇ ਨੇ। ਅਤੇ ਆਈ ਥਿੰਕ ਦਿਸ ਜੋਬਸ ਮਸਟ ਹੈਵ ਬਿਨ ਇਨ ਦੀ ਵੈਸਟਰਨ ਸੈਕਟਰ ਕੈਲਗਰੀ ਦੇ ਅੰਦਰ ਹੋਣਗੀਆਂ, ਜਿੱਥੇ ਕਿ ਬਹੁਤ ਸਾਡੇ ਭਾਈਚਾਰੇ 'ਚੋਂ ਲੋਕ ਜਿਹੜੇ ਆ ਮੂਵ ਹੋ ਰਹੇ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕਿ ਇਕਾਨਮੀ ਦੀ ਦਸ਼ਾ ਕੀ ਹੈ ਅਤੇ ਬੈਂਕਸ ਦੀ ਅਰਨਿੰਗਸ, ਮੋਸਟ ਆਫ ਦ ਬੈਂਕਸ ਚਾਹੇ TD, ਰਾਇਲ ਬੈਂਕ, ਦੇ ਹੈਵ ਬੀਟਨ ਡਾਊਨ ਦੀ ਐਕਸਪੈਕਟੇਸ਼ਨਸ ਐਕਸੈਪਟ ਬੈਂਕ ਆਫ ਮੌਂਟਰੀਅਲ। ਔਰ ਕੁਛ ਬੈਂਕਸ ਨੇ ਤੇ ਆਪਣੇ ਲੋਨ ਪ੍ਰੋਵੀਜ਼ਨ ਰਿਜ਼ਰਵ ਵੀ ਥੋੜ੍ਹੇ ਜ਼ਿਆਦਾ ਕੀਤੇ ਨੇ ਅਤੇ ਇਸ ਕੋਲੋਂ ਵੀ ਮਤਲਬ ਕੁਛ ਚਿੰਤਾ ਹੈਗੀ ਵੀ ਹਲੇ ਜੇ ਇਕਾਨਮੀ ਸਭ ਚੰਗੀ ਚੱਲ ਰਹੀ ਹੈ ਤਾਂ ਫਿਰ ਕਿਉਂ ਇਹ ਲੋਨ ਰਿਜ਼ਰਵ ਲਈ ਜ਼ਿਆਦਾ ਪੈਸੇ ਰੱਖ ਰਹੇ ਆ। ਅਤੇ ਇਸ ਵੱਲੋਂ ਵੀ ਕਈ ਲੋਕਾਂ ਦੀ ਜਿਹੜੀ ਹੈ ਉਹ ਮਤਲਬ ਪ੍ਰੀਕਾਸ਼ੀਅਸ ਅਪਰੋਚ ਹੈਗੀ ਹੈ ਟੂਵਰਡਸ ਦੀ ਬੈਂਕਿੰਗ ਸੈਕਟਰ। ਪਰ ਜੇ ਤੁਸੀਂ ਟੈਕਨੋਲੋਜੀ ਸੈਕਟਰ 'ਚ ਦੇਖੋਗੇ, ਟੈਕਨੋਲੋਜੀ ਸੈਕਟਰ 'ਚ ਤਾਂ ਬਹਾਰਾਂ ਆਈਆਂ ਹੋਈਆਂ ਸ਼ਮੀਲ ਜੀ। ਲਾਸਟ ਮੰਥ ਫੈਬਰਵਰੀ ਨੈਸਡੈਕ ਡਿਡ 4.5%। ਇੱਕ ਮੰਥ ਦੇ ਅੰਦਰ 4.5% ਗਰੋਥ ਹੈ। ਹਾਲਾਂਕਿ ਟੋਰਾਂਟੋ ਇੰਡੈਕਸ ਇਜ਼ ਗਰੋਨ ਅਪ ਬਾਈ ਓਨਲੀ 1.2 ਔਰ 1.4%। ਟੋਰਾਂਟੋ ਸਟਾਕ ਇੰਡੈਕਸ ਦੇ ਅੰਦਰ ਵੀ ਗਰੋਥ ਹੈਗੀ ਆ, ਲੇਕਿਨ ਗਰੋਥ ਮੋਸਟਲੀ ਜਿਹੜੀ ਤੁਸੀਂ ਦੇਖੋਗੇ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਵੀ ਉਹ ਟੈਕਨੋਲੋਜੀ ਮਾਰਕੀਟ ਦੇ ਅੰਦਰ ਹੈਗੀ ਆ। ਔਰ ਕੁਛ ਕੰਟਰੀਜ਼ ਦੇ ਅੰਦਰ ਹਲੇ ਵੀ ਕਹਿ ਲਓ ਰਿਸੈਸ਼ਨ ਦੇ ਮਤਲਬ ਸੰਕੇਤ ਹੈਗੇ ਨੇ ਔਰ ਖਾਸ ਤੌਰ ਯੂਰੋਪੀਅਨ ਕੰਟਰੀਜ਼ ਦੇ ਅੰਦਰ ਨੇ, ਕੁਛ ਯੂਰਪ ਦੇ ਅੰਦਰ ਦੇ ਕੰਟਰੀਜ਼ ਆਲਰੇਡੀ ਰਿਸੈਸ਼ਨ ਚੱਲ ਵੀ ਰਹੇ ਨੇ। ਪਰ ਇੰਡੀਆ ਦੇ ਅੰਦਰ ਬੜੇ ਅੱਛੇ ਹਾਲਾਤ ਨੇ ਸਰ। ਇੰਡੀਅਨ ਇਕਾਨਮੀ ਹੈਜ਼ ਡਨ ਰੋਬਸਟਲੀ ਵੈਲ, ਓਵਰ 8% growth
ਔਰ ਇਸ ਸਾਲ ਦੀ ਵੀ ਐਕਸਪੈਕਟੇਸ਼ਨ ਓਵਰ 7.5% ਗਰੋਥ ਹੈਗੀ ਆ। ਸੋ ਹੁਣ ਕਹਿ ਲਓ ਦੁਨੀਆ ਦੀ ਨਜ਼ਰ ਇਸ ਵਕਤ ਸ਼ਾਇਦ ਇੰਡੀਅਨ ਇਕਾਨਮੀ ਤੇ ਵੀ ਲੱਗੀ ਹੋਈ ਹੈ, ਲੇਕਿਨ ਇੰਡੀਅਨ ਇਕਾਨਮੀ ਇਜ਼ ਵੈਰੀ ਸਮਾਲ ਇਕਾਨਮੀ ਕੰਪੇਅਰਡ ਟੂ ਜੇ ਤੁਸੀਂ US ਜਾਂ ਚਾਈਨਾ ਨਾਲ ਕਰਦੇ हैं। कई लोग चाइनीज़ इकानमी स्टिल 40% लेस दैन दी US इकानमी और इंडियन इकानमी ते 1/8 होएगी एज पर दी अमेरिकन इकानमी। सो स्टिल अमेरिका विल लीड द वर्ल्ड एंड फॉर अ लॉन्गर पीरियड ऑफ टाइम दे विल स्टे टू बी नंबर 1 इकानमी। ਇਸੇ ਕਰਕੇ ਜਿਹੜਾ ਹੈ ਤੁਸੀਂ ਦੇਖਦੇ ਆ ਦੁਨੀਆ ਜਹਾਂ ਦਾ ਪੈਸਾ ਇਨਵੈਸਟਮੈਂਟ ਜਿਹੜਾ ਹੈ ਉਹ US ਦੇ ਅੰਦਰ ਹੋ ਰਿਹਾ ਸਰ। ਮੇਰੀ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿ ਰਹੇ ਸੀ ਇਹੀ ਗੱਲ ਹੋ ਰਹੀ ਸੀ ਕਿ ਜੇ ਰਿਸੈਸ਼ਨ ਤੇ ਮਤਲਬ ਕੋਈ ਆਫੀਸ਼ੀਅਲੀ ਡਿਕਲੇਅਰ ਨਹੀਂ ਹੋਇਆ, ਨੰਬਰਸ ਤੇ ਕੁਝ ਹੋਰ ਦੱਸਦੇ ਨੇ ਜੀ। ਉਹ ਕਹਿੰਦਾ ਜੀ ਮੇਰੀ ਦੇਖੋ ਮੌਰਗੇਜ ਮੇਰੀ ਇਨਕਮ ਨਾਲੋਂ ਜ਼ਿਆਦਾ ਹੋ ਗਈ ਆ ਜੀ ਤੇ ਬਾਕੀ ਕੰਮਕਾਰ ਡਾਮਾਡੋਲ ਨੇ। ਕਹਿੰਦੇ ਸਾਡੇ ਲਈ ਤਾਂ ਰਿਸੈਸ਼ਨ ਨਹੀਂ ਹੈ, ਤੁਸੀਂ ਆਫੀਸ਼ੀਅਲੀ ਡਿਕਲੇਅਰ ਕਰੋ ਭਾਵੇਂ ਨਾ ਕਰੋ। ਬਿਲਕੁਲ ਸਰ, ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੇ ਲੋਕਾਂ ਨੇ ਕਰਜ਼ਾ ਜ਼ਿਆਦਾ ਲਿਆ ਹੋਇਆ ਜਾਂ ਵੈਰੀਏਬਲ ਰੇਟਸ 'ਤੇ ਮੌਰਗੇਜ ਲਈਆਂ ਹੋਈਆਂ ਨੇ ਜਾਂ ਕੁਛ ਲੋਕਾਂ ਨੇ ਜਿਨ੍ਹਾਂ ਨੇ ਕਹਿ ਲਓ ਅੱਜ ਤੋਂ 4 ਸਾਲ ਪਹਿਲਾਂ ਆਪਣੀ ਫਿਕਸ ਰੇਟ 'ਤੇ ਵੀ ਮੌਰਗੇਜ ਲਈ ਸੀ 4-5 ਸਾਲ ਪਹਿਲਾਂ, ਹੁਣ ਮੌਰਗੇਜ ਰਿਨਿਊਅਲ 'ਤੇ ਆ ਰਹੀ ਹੈ, ਉਹਨਾਂ ਲਈ ਬਹੁਤ ਵੱਡੀ ਦਿੱਕਤ ਹੈਗੀ ਆ। ਲੇਕਿਨ ਰਾਹਤ ਦੀ ਸਾਸ ਇਹ ਹੈਗੀ ਹੈ ਵੀ ਤੁਸੀਂ ਇਹ ਮੰਨ ਸਕਦੇ ਆ ਵੀ ਹੁਣ ਦੇਖੋ 6 ਤਰੀਕ ਨੂੰ ਮੀਟਿੰਗ ਹੈਗੀ ਬੈਂਕ ਆਫ ਕੈਨੇਡਾ ਦੀ। ਇਹਦੇ 'ਚ ਤਾਂ ਕੋਈ ਐਕਸਪੈਕਟੇਸ਼ਨ ਨਹੀਂ ਹੈ ਕਿ ਬੈਂਕ ਆਫ ਕੈਨੇਡਾ ਵਿਲ ਰਿਡਿਊਸ ਇੰਟਰਸਟ ਰੇਟ, ਲੇਕਿਨ ਹੋ ਸਕਦਾ ਜੂਨ ਜਾਂ ਜੁਲਾਈ ਦੇ ਅੰਦਰ ਦੇ ਮੇ ਰਿਡਿਊਸ ਇੰਟਰਸਟ ਰੇਟ। ਸੋ ਉਮੀਦ ਦੀ ਕਿਰਨ ਹੈਗੀ ਹੈ ਕਿ ਦੀ ਬੈਟਰ ਟਾਈਮਸ ਵਿਲ ਕਮ, 2025 'ਚ ਹੋਰ ਘਟਾਉਣਗੇ ਅਤੇ ਮਤਲਬ ਆਉਣ ਵਾਲੇ ਟਾਈਮ ਦੇ ਅੰਦਰ ਬੈਂਕ ਆਫ ਕੈਨੇਡਾ ਜੇ ਤੁਸੀਂ ਕਹਿ ਲਓ ਨਾ ਵੀ ਉਹਨਾਂ ਦਾ ਜੋ ਟੀਚਾ ਸੀਗਾ ਬਈ ਇਨਫਲੇਸ਼ਨ ਨੂੰ 2% ਲੈ ਕੇ ਆਉਣਾ, ਠੀਕ ਹੈ ਹੁਣ 2.9% ਹੈਗੀ ਆ, ਪਰ ਲੱਗਦਾ ਵੀ ਵਿਦਿਨ ਦ ਰੀਚ ਹੈਗੀ ਹੈ, ਨੰਬਰ 1। ਨੰਬਰ 2 ਕਿ ਕੁਆਂਟੀਟੇਟਿਵ ਟਾਈਟਨਿੰਗ ਜਿਹੜੀ ਸੀ ਉਹਦੀ ਹੱਦ ਹੋ ਚੁੱਕੀ ਹੈ ਅਤੇ ਆਉਣ ਵਾਲੇ ਟਾਈਮ 'ਚ ਆਈ ਥਿੰਕ ਦੇ ਵਿਲ ਸਟਾਰਟ ਸੂਨ ਬਾਇੰਗ ਬੌਂਡਸ, ਲਿਕੁਇਡਿਟੀ ਮਾਰਕੀਟ 'ਚ ਹੋਏਗੀ ਅਤੇ ਇਹਦੇ ਨਾਲ ਜਿਹੜੇ ਆ ਸੁਖਾਵੇਂ ਹਾਲਾਤ ਹੋਣਗੇ ਸਰ। ਪਰ ਇਹ ਹੈ ਕਿ ਉਹਦੇ 'ਚ ਕਈ ਵਾਰ ਲੋਕ ਇਸ ਤਰ੍ਹਾਂ ਵੀ ਗੱਲ ਕਰਦੇ ਨੇ ਕਿ ਜਿਵੇਂ ਆਪਣੇ ਵੈਦਰ ਦਾ ਹੁੰਦਾ ਨਾ ਕੋਈ ਕਿ ਆਫੀਸ਼ੀਅਲੀ ਅੱਜ ਵਿੰਟਰ ਡਿਕਲੇਅਰ ਹੋ ਗਈ ਹੈ ਅਤੇ ਸਪਰਿੰਗ ਹੋ ਗਈ ਹੈ, ਉਹ ਆਫੀਸ਼ੀਅਲ ਡੇਟ ਹੁੰਦੀ ਹੈ ਪਰ ਉਂਝ ਮੌਸਮ ਆਪਣੇ ਹਿਸਾਬ ਨਾਲ ਚੱਲ ਰਿਹਾ। ਬਿਲਕੁਲ ਮੌਸਮ ਬਿਲਕੁਲ ਆਪਣੇ ਹਿਸਾਬ ਨਾਲ ਚੱਲ ਰਿਹਾ ਜੀ ਜੀ ਜੀ। ਸੋ ਕਿਤੇ ਰਿਸੈਸ਼ਨ ਵਾਲਾ ਹਾਲਤ ਵੀ ਇਸੇ ਤਰ੍ਹਾਂ ਤੇ ਨਹੀਂ? ਨਹੀਂ ਰਿਸੈਸ਼ਨ ਦੇ ਸਰ ਹਾਲੇ ਇਸ ਤਰ੍ਹਾਂ ਨਹੀਂ ਹੈ। ਰਿਸੈਸ਼ਨ ਵਿਲ ਹੈਪਨ ਆਲ ਆਫ ਸਡਨ। ਦੇਖੋ ਜਿਹੜੀ ਟੈਕਨੀਕਲ ਡੈਫੀਨੇਸ਼ਨ ਰਿਸੈਸ਼ਨ ਦੀ ਹੈਗੀ ਹੈ 2 ਕੁਆਰਟਰਸ ਲਗਾਤਾਰ ਜੇ ਤੁਹਾਡੀ GDP ਸ਼ਰਿੰਕ ਕਰਦੀ ਹੈ ਦੈਨ ਇਟਸ ਅ ਰਿਸੈਸ਼ਨ। ਦੇਖੋ 3rd ਕੁਆਰਟਰ ਸਾਡੀ ਇਕਾਨਮੀ ਸ਼ਰਿੰਕ ਕੀਤੀ ਸੀ, 4th 'ਚ ਨਹੀਂ ਕੀਤੀ, ਅਤੇ ਇਹਦਾ ਮਤਲਬ 2 ਕੁਆਰਟਰ ਹੁਣ ਲਗਾਤਾਰ ਜੇ ਸ਼ਰਿੰਕ ਕਰੂਗੀ ਤਾਂ ਹੋਏਗੀ। ਅਤੇ ਜਨਵਰੀ ਦੇ ਅੰਦਰ ਵੀ ਸਾਡੀ GDP ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਇਜ਼ ਐਕਸਪੈਕਟਿਡ ਟੂ ਗਰੋ, ਤਾਂ ਕਿਸ ਤਰ੍ਹਾਂ ਜਾਂ 1st ਜਾਂ 2nd ਕੁਆਰਟਰ ਸਾਡੀ GDP ਜਿਹੜੀ ਆ ਉਹ ਲਗਾਤਾਰ ਸ਼ਰਿੰਕ ਕਰ ਜਾ ਅਨਲੈਸ ਕਿ ਕੋਈ ਵਰਲਡ ਦੇ ਹਾਲਾਤ ਜਿਹੜੇ ਆ ਉਹ ਚੇਂਜ ਹੋ ਜਾਣ, ਅਤੇ ਇਸ ਤਰ੍ਹਾਂ ਦੇ ਕੋਈ ਹਾਲਾਤ ਲੱਗਦੇ ਨਹੀਂ ਸਰ। ਅੱਛਾ, ਇੱਦਾਂ ਵੀ ਤਾਂ ਹੋ ਸਕਦਾ ਹੈ ਕਿ ਵੀ ਜਿਵੇਂ ਹੁਣ ਸਮਾਜ ਹੈ ਬਹੁਤ ਵੱਡਾ, ਉਹਦੇ 'ਚ ਕਈ ਸੈਕਟਰ ਅਲੱਗ-ਅਲੱਗ ਸੈਕਟਰਸ ਨੇ ਜੀ, ਜਿਵੇਂ ਤੁਸੀਂ ਖੁਦ ਹੀ ਦੱਸਿਆ ਕਿ ਕੁਛ ਸੈਕਟਰ ਨੇ ਜਿੱਥੇ ਇਸ ਵੇਲੇ ਪੂਰਾ ਇਕਾਨਮੀ ਉੱਤੇ ਨੂੰ ਜਾ ਰਹੀ, ਉਹਨਾਂ ਦੀ ਗਰੋ ਕਰ ਰਹੇ ਨੇ ਜੀ। ਜਿਹੜੇ ਕੁਛ ਸੈਕਟਰ ਨੇ ਜਿਹੜੇ ਉਹ ਵੈਸੇ ਕ੍ਰਾਈਸਿਸ ਨੇ, ਜਾਂ ਕੁਛ ਸੈਕਟਰ ਇਹੋ ਜਿਹੇ ਵੀ ਹੋਣਗੇ ਜਿਹੜੇ ਇਸ ਵੇਲੇ ਖਤਮ ਹੋ ਰਹੇ ਨੇ ਅਸਲ 'ਚ। ਬਿਲਕੁਲ ਸਰ, ਇਸ ਕਰਕੇ ਵੀ ਲੋਕ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਮਹਿਸੂਸ ਕਰ ਰਹੇ। ਐਬਸੋਲੂਟਲੀ ਸਰ, ਪਾਰਟ ਆਫ ਦੀ ਸਰ ਨੇਚਰ। ਦੇਖੋ ਅਸੀਂ ਇੱਕ ਐਡਵਰਟਾਈਜ਼ਿੰਗ ਜਾਂ ਮਾਰਕੀਟਿੰਗ 'ਚ ਪੜ੍ਹਦੇ ਸੀ ਇਨਫੈਂਸੀ, ਗਰੋਥ, ਮੈਚੋਰਿਟੀ, ਡਿਕਲਾਈਨ। ਹਰ ਚੀਜ਼ ਇਨਸਾਨ ਵੀ ਦੇਖੋ ਸਰ ਪੈਦਾ ਹੁੰਦਾ ਇੱਕ ਦਿਨ ਖਤਮ ਵੀ ਹੁੰਦਾ। ਕੋਈ ਨਾ ਕੋਈ ਸੈਕਟਰ ਜਿਹੜਾ ਹੈ ਉਹ ਹਮੇਸ਼ਾ ਉਹਦਾ ਮਾੜਾ ਟਾਈਮ ਵੀ ਆਉਂਦਾ, ਉਹਨੇ ਖਤਮ ਵੀ ਹੋਣਾ। ਇਹ ਵੀ ਹੋ ਸਕਦਾ ਵੀ ਇੱਕ ਸੈਕਟਰ ਮਰ ਰਿਹਾ, ਇੱਕ ਨਵਾਂ ਸੈਕਟਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅੰਦਰ ਸਰ, EV ਦੇ ਅੰਦਰ, ਇਲੈਕਟ੍ਰਿਕ ਵਹੀਕਲਸ ਦੇ ਅੰਦਰ, ਚਿਪਸ ਦੇ ਅੰਦਰ ਜਿਹੜਾ ਹੈ ਜਾਂ ਬੈਟਰੀਜ਼ ਦੇ ਅੰਦਰ ਜਿਹੜਾ ਹੈ, ਈਵਨ ਬਿਟਕੋਇਨ ਅੱਜ ਕੱਲ੍ਹ, ਦੋ ਆਈ ਡੂ ਨਾਟ ਬਾਏ ਬਿਟਕੋਇਨ ਮਾਈ ਸੈਲਫ, ਲੇਕਿਨ ਬਿਟਕੋਇਨ ਦੇ ਅੰਦਰ ਵੀ ਬੜੀਆਂ ਅੱਛੀ ਉਛਾਲ ਹੈਗੀ ਸਰ। ਮੋਰ ਦੈਨ 60,000 ਬਿਟਕੋਇਨ ਹੈਜ਼ ਟੱਚਡ ਇਸ 2 years ਹਾਈ। ਈਵਨ ਆਇਲ ਜਿਹੜਾ ਹੈ, ਆਇਲ ਵੀ ਅੱਜ $80 ਪਰ ਬੈਰਲ ਟੱਚ ਕੀਤਾ ਹੈ ਸਰ। ਸੋ ਕੁਛ ਸੈਕਟਰਸ ਦੇ ਅੰਦਰ ਅੱਛਾ ਉਛਾਲ ਹੈਗਾ ਸਰ। ਔਰ ਜਿਵੇਂ ਕੱਲ੍ਹ ਮੈਂ ਇੱਕ ਇੰਡੀਆ 'ਚ ਖਬਰ ਅਸੀਂ ਪੜ੍ਹ ਰਹੇ ਸੀ ਕਿ ਇੰਡੀਆ ਨੇ ਬਹੁਤ ਵੱਡੀ ਜਿਹੜਾ ਬਜਟ ਰੱਖਿਆ ਸੋਲਰ ਪੈਨਲ ਵਾਸਤੇ। ਯੈਸ, ਪੂਰੇ ਕੰਟਰੀ 'ਚ ਜਿਹੜੇ ਲੋਕਾਂ ਨੂੰ ਇਨਸੈਂਟਿਵ ਉਹਨਾਂ ਨੂੰ ਲਗਾ ਕੇ ਦੇਣੀ, 75,000 ਤੋਂ ਲੈ ਕੇ 1 ਲੱਖ ਰੁਪਈਆ ਤੱਕ ਜੀ ਜਿਹੜੀ ਗਵਰਨਮੈਂਟ ਸਬਸਿਡੀ ਮਿਲਣੀ ਹੈ ਤੇ ਗ੍ਰਾਂਟ ਮਿਲਣੀ ਹੈ ਜੀ। ਅਤੇ ਉਹਦੇ ਨਾਲ ਕਈ ਲੱਖ ਜੋਬਸ, ਜੋ ਰਿਪੋਰਟ ਸੀ ਕਿ ਮੈਂ ਸ਼ਾਇਦ 15 ਲੱਖ ਕਿਹਾ ਸੀ, ਕਿੰਨੀਆਂ ਜੋਬਸ ਕ੍ਰੀਏਟ ਹੋਣੀਆਂ ਜੀ। ਸੋ ਇਸ ਤਰ੍ਹਾਂ ਮੇਰਾ ਖਿਆਲ ਹੈ ਸਾਡੇ ਵੀ ਇੱਥੇ ਨਵੇਂ ਸੈਕਟਰ ਨੇ ਜਿਹੜੇ, ਜਿਵੇਂ ਸਾਡੀ ਗਵਰਨਮੈਂਟ ਵੀ ਕਰ ਹੀ ਰਹੀ ਹੈ, EVs ਵਗੈਰਾ ਨੂੰ ਕਰ ਰਹੀ ਹੈ ਜੀ। ਦੇਖੋ ਸਰ ਜੋਬਸ ਕਿੰਨੀਆਂ ਕ੍ਰੀਏਟ ਹੋਣਗੀਆਂ ਉਹ ਤਾਂ ਪੋਲੀਟੀਸ਼ੀਅਨ ਜੋਬਸ ਬਾਰੇ ਗੱਲ ਕਰਦੇ ਆ, ਬਟ ਦਿਸ ਇਜ਼ ਗੁੱਡ ਦੈਟ ਦੀ ਸੋਲਰ ਐਨਰਜੀ ਇਜ਼ ਬੈਟਰ
ਦੈਨ ਦੀ ਜਿਹੜੀ ਅਸੀਂ ਆਇਲ ਐਨਰਜੀ ਨਾਲ ਅਸੀਂ ਪ੍ਰੋਡਿਊਸ ਕਰਦੇ ਹਾਂ। ਇਹਦੇ ਨਾਲ ਐਮਿਸ਼ਨਸ ਆਫ ਗੈਸ ਜ਼ਿਆਦਾ ਹੁੰਦੀ ਹੈ। ਨੰਬਰ 1 ਨੰਬਰ 2 ਇੰਡੀਆ ਦੇ ਅੰਦਰ ਐਨਰਜੀ ਦਾ ਹਲੇ ਵੀ ਬਹੁਤ ਘਾਟਾ ਹੈਗਾ ਆ। ਅਤੇ ਇੰਡੀਆ ਵਰਗੇ ਕੰਟਰੀ ਨੂੰ ਜੇ ਐਨਰਜੀ ਨਾਲ ਸੈਲਫ ਸਫੀਸ਼ੀਐਂਟ ਹੋਣਾ ਹੈ, ਆਈ ਥਿੰਕ ਨੈਚੁਰਲ ਰਿਸੋਰਸਿਸ ਜਿਵੇਂ ਕਿ ਸੋਲਰ ਐਨਰਜੀ ਇਜ਼ ਵਨ ਆਫ ਦਾ ਬੈਸਟ ਵੇ ਟੂ ਗੈਟ ਆਊਟ ਆਫ ਐਂਡ ਬੀ ਇੰਡੀਪੈਂਡੈਂਟ ਆਫ ਦੀ ਐਨਰਜੀ। ਕਿ ਕਿਸੇ ਹੋਰ ਕੰਟਰੀ ਦੇ ਇੰਡੀਆ ਆਇਲ ਕਿੰਨਾ ਜ਼ਿਆਦਾ ਇੰਪੋਰਟ ਕਰਦਾ ਆ ਬਾਹਰੋਂ, ਖਾਸ ਤੌਰ 'ਤੇ ਸਾਊਦੀ ਤੋਂ, ਈਵਨ ਰਸ਼ੀਆ ਤੋਂ। ਸੋ ਇਸ ਕਰਕੇ ਇੰਡੀਆ ਲਈ ਤਾਂ ਬਹੁਤ ਜ਼ਰੂਰੀ ਹੈਗਾ ਸਰ। ਸਵਾਲ ਹੈਗਾ ਵਾਲਮਾਰਟ ਦੇ ਸ਼ੇਅਰ ਸਪਲਿਟ ਕਰਨ ਬਾਰੇ ਕੁਛ। ਹਾਂਜੀ, ਵਾਲਮਾਰਟ ਦਾ ਸਟਾਕ ਸਪਲਿਟ ਹੋਇਆ ਸਰ 26 ਨੂੰ ਹੋਇਆ 1:3। ਹੁੰਦਾ ਕੀ ਹੈ ਸ਼ਮੀਲ ਜੀ, ਜਦੋਂ ਕੋਈ ਕੰਪਨੀ ਦਾ ਸ਼ੇਅਰ ਬਹੁਤ ਉੱਤੇ ਚਲਾ ਜਾਂਦਾ ਆ, ਇਹ ਕੰਪਨੀ ਦਾ ਸ਼ੇਅਰ ਮੇਰੇ ਖਿਆਲ $170 'ਤੇ ਸੀਗਾ, ਅਤੇ $170-75 ਦਾ ਸੀਗਾ, ਅਤੇ ਉਹਨੂੰ ਫਿਰ ਕਿ ਆਮ ਆਦਮੀ ਦੀ ਰੀਚ ਦੇ ਅੰਦਰ ਹੋਵੇ ਤਾਂ ਉਹਦੇ 'ਚ ਕੋਈ ਇੰਨਾ ਨਹੀਂ ਹੁੰਦਾ ਕਿ 1:3 ਵੀ ਜਿਹਦੇ ਕੋਲ 100 ਸ਼ੇਅਰ ਸੀ ਉਹਨੂੰ 300 ਕਰਤੇ, ਅਤੇ ਉਹ ਸ਼ੇਅਰ ਉਹੀ $60 ਦਾ ਹੋ ਗਿਆ। ਜੇ 180 ਦਾ ਸੀ 60 ਦਾ ਹੋ ਗਿਆ। ਕੋਈ ਇਹ ਨਹੀਂ ਹੈਗਾ ਵੀ ਉਹ ਮਤਲਬ 200 ਸ਼ੇਅਰ ਉਹਨਾਂ ਨੂੰ ਕੋਈ ਬੋਨਸ ਸ਼ੇਅਰ ਫ੍ਰੀ ਮਿਲ ਗਏ ਹੈ ਜਿਵੇਂ ਇੰਡੀਆ 'ਚ ਹੁੰਦਾ ਸੀਗਾ। ਪਤਾ ਨਹੀਂ ਆਈ ਡੋਂਟ ਨੋ ਹੁਣ ਹੁੰਦਾ ਕਿ ਨਹੀਂ। ਜਦੋਂ ਮੈਂ ਇੰਡੀਆ ਸੀਗਾ ਤਾਂ ਉਹਦੇ ਬੋਨਸ ਇਸ਼ੂ ਆਉਂਦਾ ਸੀਗਾ, ਉਹ ਦੇ ਯੂਜ਼ਡ ਟੂ ਗਿਵ ਐਕਸਟਰਾ ਸ਼ੇਅਰਸ ਟੂ ਦੀ ਐਗਜ਼ਿਸਟਿੰਗ ਸ਼ੇਅਰ ਹੋਲਡਰਸ, ਅਤੇ ਉਹ ਚੀਜ਼ ਨਹੀਂ ਹੈ। ਇਟਸ ਅ 1:3 ਸਪਲਿਟ ਹੈ। ਦੈਟ ਟੈਲਸ ਯੂ ਦ ਸਟਰੈਂਥ ਆਫ ਦ ਕੰਪਨੀ। ਵਾਲਮਾਰਟ ਨੇ ਜਿਹੜਾ ਹੈ ਈ ਕਾਮਰਸ ਦੇ ਅੰਦਰ ਵੀ ਕਾਫੀ ਗੇਨ ਕੀਤਾ, ਕਿਉਂਕਿ ਵਾਲਮਾਰਟ ਦਾ ਕਾਫੀ ਸ਼ੇਅਰ ਜਿਹੜਾ ਹੈ ਤੁਸੀਂ ਕਹਿ ਲਓ ਉਹ ਕੰਪਨੀਜ਼ ਲਾਈਕ ਐਮਾਜ਼ੋਨ ਵਰਗੀ ਲੈ ਗਈ ਸੀਗੀ। ਸੋ ਵਾਲਮਾਰਟ ਹੈਜ਼ ਇਨਵੈਸਟਡ ਅ ਲੋਟ ਆਫ ਮਨੀ ਇਨ ਦੀ ਈ ਕਾਮਰਸ ਔਰ ਦੇ ਆਰ ਗੈਟਿੰਗ ਬੈਕ ਦੇਅਰ ਓਨ ਸ਼ੇਅਰ। ਤੋ ਚੰਗਾ ਸ਼ੇਅਰ ਹੈ ਵਾਲਮਾਰਟ ਦਾ ਸਰ। ਅੱਛਾ, ਇੱਕ ਪੁੱਛ ਰਹੇ ਨੇ ਜੀ ਕਾਕਾ ਕਿ ਜੇ ਜਿਵੇਂ ਹੁਣ ਇਕੋਨਮੀ ਉੱਤੇ ਨੂੰ ਜਾ ਰਹੀ ਹੈ ਜੀ, ਆਪਣਾ ਪਹਿਲੀ ਆਰਗੂਮੈਂਟ ਇਹ ਸੀ ਵੀ ਜੇ ਤਾਂ ਅਸੀਂ ਰਿਸੈਸ਼ਨ ਵੱਲ ਜਾਂਦੇ ਹਾਂ, ਇਕੋਨਮੀ ਥੱਲੇ ਨੂੰ ਜਾਏਗੀ ਜੀ, ਤਾਂ ਮੇ ਬੀ ਬੈਂਕ ਆਫ ਕੈਨੇਡਾ ਰੇਟ ਆਫ ਇੰਟਰਸਟ ਘਟਾਉਣੇ ਸ਼ੁਰੂ ਕਰ ਦੇਗਾ। ਜੀ, ਜੀ। ਪਰ ਜੇ ਇਕੋਨਮੀ ਉਸ ਪਾਸੇ ਨੂੰ ਨਹੀਂ ਜਾ ਰਹੀ ਤਾਂ ਇਹਦਾ ਮਤਲਬ ਇਹ ਹੈ ਕਿ ਰੇਟ ਉਹਨੂੰ ਕੰਟਰੋਲ ਕਰਨ ਲਈ ਫਿਰ ਵਧਾਏਗਾ। ਨਹੀਂ, ਵਧਾਉਣ ਵਾਲਾ ਨਹੀਂ ਹੈ ਸਰ। ਵਧਾਉਣ ਵਾਲਾ ਕੰਮ ਤੇ ਬਿਲਕੁਲ ਬੰਦ ਹੋ ਗਿਆ ਹੁਣ। ਲੇਕਿਨ ਜਿਹੜਾ ਘਟਾਉਣਾ ਸੀਗਾ, ਸਮ ਪੀਪਲ ਵਰ ਐਕਸਪੈਕਟਿੰਗ ਕਿ ਮਾਰਚ ਅਪ੍ਰੈਲ ਸਪਰਿੰਗ ਦੇ ਅੰਦਰ ਹੈ, ਉਹ ਡਿਲੇਡ ਹੈ। ਕਿ ਇਕਾਨਮੀ ਦੇ ਅੰਦਰ ਸਟਰੈਂਥ ਹੈਗੀ ਆ, ਬਿਕਾਜ਼ ਦੇ ਵਾਂਟ ਟੂ ਸੀ ਅ ਗੁੱਡ ਨਿਊਜ਼ ਔਨ ਦੀ ਇਨਫਲੇਸ਼ਨ ਸਾਈਡ ਆਲਸੋ, ਔਨ ਅ ਵੇਜ ਇਨਫਲੇਸ਼ਨ, ਅਤੇ ਐਜ਼ ਫਾਰ ਐਜ਼ ਦ ਅਨਐਮਪਲੋਇਮੈਂਟ ਨੰਬਰਸ ਆਰ ਆਲਸੋ ਲੋ, ਸੋ ਦੇ ਵਿਲ ਸਟਾਰਟ ਰਿਡਿਊਸਿੰਗ ਇੰਟਰਸਟ ਰੇਟ ਫਰਮ ਜੂਨ ਔਰ ਜੁਲਾਈ। ਲੇਕਿਨ ਇਹ ਨਹੀਂ ਹੈ ਕਿ ਬਈ ਇੰਟਰਸਟ ਵਧਾਉਣ ਵਾਲਾ, ਉਹ ਤਾਂ ਕੰਮ ਖਤਮ ਹੈ ਸਰ। ਕਾਰਤਿਕ ਦਾ ਸਵਾਲ ਮੈਨੂੰ ਸਮਝ ਨਹੀਂ ਆਇਆ ਕਿ ਮਾਰਗੇਜ ਰਿਨਿਊਅਲ ਫॉर ਨੈਕਸਟ 2 ਇਅਰਸ ਉਹਨਾਂ 'ਤੇ ਕੀ ਅਸਰ ਪਊਗਾ, ਤਾਂ ਉਹਦੇ ਨਾਲ ਕੋਈ ਕਨੈਕਸ਼ਨ? ਇੰਟਰਸਟ ਰੇਟ, ਹਾਂਜੀ, ਬੌਂਡ ਦੀ ਯੀਲਡਸ ਘਟੇਗੀ। ਲੌਂਗ ਟਰਮ ਜਿਹੜੀਆਂ ਤੁਸੀਂ ਮਾਰਗੇਜਸ ਲੈਣੀਆਂ ਨੇ ਉਹ 3 ਸਾਲ ਦੀ, 4 ਸਾਲ ਦੀ ਜਾਂ 5 ਸਾਲ ਦੀ, ਇਹ ਅਗਲੇ 6 ਮਹੀਨੇ ਸਾਲ ਦੇ ਅੰਦਰ ਘਟਣਗੇ ਸਰ, ਅਤੇ ਫਿਕਸ ਰੇਟ 'ਤੇ ਤੁਹਾਨੂੰ ਸਸਤੀਆਂ ਮਾਰਗੇਜ ਮਿਲਣਗੀਆਂ ਸਰ। ਅਤਿੰਦਰ ਕਰ ਰਹੇ ਨੇ ਜਿਹੜੀ ਇਹ ਆਇਲ ਐਂਡ ਗੈਸ ਹੈ, ਕਹਿੰਦੇ ਇਹ ਤੇ ਹਰ 5 ਸਾਲਾਂ 'ਚ ਉੱਤੇ ਥੱਲੇ ਜਾਂਦੀ ਰਹਿੰਦੀ ਹੈ। ਯੈਸ, ਬੂਮ ਐਂਡ ਬਸਟ। ਇਹ ਬਲਕਿ ਇਹ ਕੈਲਗਰੀ ਦੀ ਬੜੀ ਤਰਾਸਦੀ ਵੀ ਹੈ ਸਰ। ਬੜੇ ਲੋਕ ਬੇਸ਼ੱਕ ਕੈਲਗਰੀ ਜਾਂਦੇ ਆ, ਅਤੇ ਕੈਲਗਰੀ ਦੇ ਅੰਦਰ ਵੀ ਇਸ ਤਰ੍ਹਾਂ ਹੀ ਹੁੰਦਾ ਸਰ। ਇੱਕਦਮ ਤੁਸੀਂ ਲੋਕੀ ਦੇਖੋ ਟਰੱਕ ਭਰ ਕੇ ਇੱਥੋਂ ਲੋਕੀ ਆਪਣੇ ਸਮਾਨ ਦਾ ਲੈ ਜਾਂਦੇ ਵੀ ਉੱਥੇ ਮੂਵ ਹੋ ਰਹੇ ਆ। ਫਿਰ ਜਦੋਂ ਬਸਟ ਹੋ ਜਾਂਦੀ ਹੈ ਦੈਨ ਦਿਲ ਕਮ ਬੈਕ ਹੇਅਰ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਆਇਲ $140 ਟੱਚ ਕੀਤਾ ਸੀਗਾ। ਇਟ ਵਾਜ਼ ਅ ਬੂਮ ਟਾਈਮ ਫॉर ਕੈਲਗਰੀ, ਬਟ ਉਸ ਤੋਂ ਬਾਅਦ ਆਇਲ ਜਿਹੜਾ ਹੈ ਤੁਸੀਂ ਦੇਖਿਆ ਕਿ $30-40 ਪਰ ਬੈਰਲ 'ਤੇ ਵੀ ਆਇਆ, ਅਤੇ ਫਿਰ ਇਟ ਵਾਜ਼ ਅ ਬਸਟ, ਦੈਨ ਦੇ ਕਮ ਬੈਕ ਹੇਅਰ। ਲੇਕਿਨ ਹੁਣ ਅਲਬਰਟਾ ਦੀ ਜਿਹੜੀ ਇਕਾਨਮੀ ਹੈ ਉਹ ਆਇਲ 'ਤੇ ਘੱਟ ਹੈਗੀ ਹੈ ਬੇਸ, ਬਟ ਸਟਿਲ ਆਇਲ ਇਜ਼ ਵਨ ਆਫ ਦ ਬਿਗੇਸਟ ਫੈਕਟਰ ਜਿਹੜੀ ਅਲਬਰਟਾ ਦੀ ਇਕਾਨਮੀ ਹੈਗੀ ਹੈ ਸਰ। ਮਨਜਿੰਦਰ ਕੌਰ ਆਪਣੇ ਜਿਹੜੀ ਕਲਚਰ ਦੀ ਸਭ ਤੋਂ ਫੇਵਰੇਟ ਆਈਟਮ ਉਹਦੇ ਬਾਰੇ ਪੁੱਛ ਰਹੇ ਨੇ। Gold? ਹਾਂਜੀ। ਨਾਲ you said Manjinder Kaur, so I just guessed it ਕਿਉਂਕਿ ladies, ਸਾਡੇ ਇੰਡੀਅਨ ਲੇਡੀਜ਼ ਦਾ ਫੇਵਰੇਟ ਚੀਜ਼ ਹੈਗੀ ਆ ਗੋਲਡ। ਤੇ ਗੋਲਡ ਸਰ is almost $2,050 per ounce, ਔਰ ਗੋਲਡ ਜਿਸ ਤਰ੍ਹਾਂ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਅਨਸਰਟਨਟੀ ਵੱਧਦੀ ਹੈ। ਖਾਸ ਤੌਰ 'ਤੇ ਅਮਰੀਕਾ ਨੇ ਆਪਣੀ ਜਿਹੜੀ ਆ ਉਹ ਡੈਟ ਸੀਲਿੰਗ ਲਿਮਿਟ 2 ਵਾਰੀ ਵਧਾਉਣੀ ਆ। ਇਹ ਇਸ ਵਾਰੀ ਤਾਂ ਲੱਗਦਾ ਸ਼ਾਇਦ ਆਰਾਮ ਨਾਲ ਵਧਾ ਲੈਣਗੇ, ਅਗਲੀ ਵਾਰੀ ਕਾਫੀ ਇਹਨਾਂ ਦਾ ਪੇਚਾ ਪੈਣਾ ਆ। ਅਤੇ ਜਦੋਂ ਵੀ ਇਹਨਾਂ ਦਾ ਇਹ ਪੇਚਾ ਪੈਣਾ ਹੈ ਡੈਮੋਕਰੇਟ ਐਂਡ ਰਿਪਬਲਿਕਨ ਦਾ, ਤਾਂ ਤੁਹਾਨੂੰ ਲੱਗੂਗਾ ਤਾਂ ਇਹ ਗੋਲਡ ਮੇ ਆਲਸੋ ਗੋ ਹਾਇਰ। ਸੋ ਗੋਲਡ ਇਜ਼ ਆਲਵੇਜ਼ ਅ ਸੇਫ ਬੈਟ ਅਗੇਂਸਟ ਅਨਸਰਟਨਟੀ ਸਰ। ਚਰਨਜੀਤ ਕਹਿ ਰਹੇ ਨੇ ਜੇ ਇੰਡੀਅਨ ਇਕਾਨਮੀ ਇਜ਼ ਗ੍ਰੇਟ, ਜਿਵੇਂ ਆਪਾਂ ਗੱਲ ਕੀਤੀ ਸ਼ੁਰੂ 'ਚ ਕਿ ਇਸ ਵੇਲੇ ਕਾਫੀ ਗਰੋ ਕਰ ਰਹੀ ਹੈ ਇਕਾਨਮੀ, ਤੇਜ਼ੀ ਨਾਲ ਗਰੋ ਕਰ ਰਹੀ ਇਕਾਨਮੀ ਹੈ, ਤਾਂ ਫਿਰ ਜਿਹੜੇ ਇੰਡੀਆ 'ਚ ਲੋਕਾਂ ਨੂੰ ਇੰਨੀ ਦੌੜ ਕਿਉਂ ਲੱਗੀ ਹੋਈ ਹੈ, ਬਾਹਰ ਭੱਜਣਾ ਕਿਉਂ ਚਾਹੁੰਦੇ ਨੇ? There's two different things, sir. Not only the economic reasons. Sometimes people like more freedom of speech. Sometimes people have political views which ਜਿਸ ਤਰ੍ਹਾਂ ਕਿ prosecution ਜਿਹੜੀ ਹੈ ਮੇਰੇ ਹਿਸਾਬ ਦੇ ਨਾਲ ਲਾਈਕ ਇਹ ਫ੍ਰੀ ਕੰਟਰੀਜ਼ ਨੇ, ਕੈਨੇਡਾ, ਅਮਰੀਕਾ, ਇੰਗਲੈਂਡ,
ਇੱਥੇ ਇੰਨੀ ਪੋਲੀਟੀਕਲ ਪ੍ਰੋਸੀਕਿਊਸ਼ਨ ਨਹੀਂ ਹੁੰਦੀ ਨਹੀਂ, ਜਿੰਨੀ ਸਾਰੇ ਲੋਕ ਇਸ ਕਰਕੇ ਵੀ ਨਹੀਂ ਆਉਂਦੇ ਮੇਰੇ ਖਿਆਲ ਹੈ। ਲੋਕ ਇਸ ਕਰਕੇ ਵੀ ਤਾਂ ਆਉਂਦੇ ਨੇ ਲੋਕ, ਜਿਵੇਂ ਲੋਕ ਕੋਈ ਵੱਡੀ ਕਾਰ ਇਸ ਕਰਕੇ ਥੋੜ੍ਹਾ ਲੈਂਦੇ ਵੀ ਉਹਦੇ ਕੋਲ ਜਿਹੜੀ ਪੁਰਾਣੀ ਕਾਰ ਹੈ ਉਹ 'ਚ ਕੋਈ ਪ੍ਰੋਬਲਮ ਹੈ। ਜੀ ਲੋਕ ਲਾਈਫ ਸਟਾਈਲ ਵਾਸਤੇ ਲੋਕ ਬੈਟਰ ਆਪਣੇ ਆਪ ਨੂੰ ਲੱਗਦਾ ਲਾਈਫ ਕਿ- ਸਟਾਈਲ ਤਾਂ ਐਸੇ ਇੰਡੀਆ ਦਾ ਫਿਰ ਵੀ ਚੰਗਾ ਸਰ। ਪਰ ਫਿਰ ਵੀ ਉੱਥੇ ਬੈਠਿਆਂ ਨੂੰ ਨਹੀਂ ਨਾ ਲੱਗਦਾ ਇਹ ਗੱਲ। ਇੰਡੀਆ ਦਾ ਲਾਈਫ ਸਟਾਈਲ ਮੈਂ ਹਜੇ ਵੀ ਕਹਾਂਗਾ ਵਿਦ ਇਨ ਸਪਾਈਟ ਆਫ ਆਲ ਦੀਜ਼ ਜਿੰਨੀਆਂ ਪ੍ਰੋਬਲਮਸ ਇੰਡੀਆ ਦੀ ਹੈਗੀਆਂ ਨੇ ਸਟਿਲ ਚੰਗਾ ਹੈਗਾ ਆ। ਲੇਕਿਨ ਕੁਝ ਚੀਜ਼ਾਂ ਜਿਸ ਲਈ ਆਲਵੇਜ਼ ਸੇ 3 C's, ਇਹ ਮੇਰਾ ਆਪਣਾ ਪਰਸਨਲ ਓਪੀਨੀਅਨ ਹੈ। One is a C is a corruption, second C is a caste, third is a communalism. ਜੇ ਤਿੰਨ ਚੀਜ਼ਾਂ ਤੁਸੀਂ ਇਹ ਠੀਕ ਕਰ ਲਓ ਨਾ ਸਰ। ਪਰ ਮੈਂ ਤੇ ਇਹਨਾਂ ਚੋਂ ਕਿਸੇ ਵੀ ਕਾਰਨ ਕਰਕੇ ਨਹੀਂ ਇੱਥੇ ਆਇਆ ਹੋਇਆ। ਤੁਸੀਂ ਵੀ ਤੁਹਾਡੇ ਕਾਰਨ ਨਹੀਂ ਹਾਂ ਆਈ ਕੈਨ ਟੈਲ ਯੂ ਮੇਰਾ ਮੈਂ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਕਾਰਨ ਨੇ। ਯੈਸ ਬਟ ਦੇਖੋ ਮੈਂ ਤਾਂ ਦੱਸ ਰਿਹਾ ਨਾ ਜੀ, ਦੇਖੋ ਸਰ ਕੋਈ ਬੰਦਾ ਕਰਪਸ਼ਨ ਕਰਕੇ ਆਉਂਦਾ ਆ, ਕੋਈ ਬੰਦਾ ਕਾਸਟ ਤੋਂ ਵੀ ਮਤਲਬ ਕਿਉਂਕਿ ਕਾਸਟ ਬੇਸ ਪੋਲਿਟਿਕਸ ਵੀ ਬਹੁਤ ਜ਼ਿਆਦਾ ਹੈਗੀ ਆ। ਔਰ ਫਿਰ ਕਮਿਊਨਿਜ਼ਮ ਤੇ ਹੁਣ ਬਹੁਤ ਉਭਾਰ ਤੇ ਉਸ ਤੇ ਇਸ ਟਾਈਮ ਮਤਲਬ ਬਿਲਕੁਲ ਹੀ ਜਿਹੜੀ ਹੈ ਉਹ ਇੱਕ ਧਰਮ ਦੀ ਰਾਜਨੀਤੀ ਚੱਲ ਰਹੀ ਹੈ। ਤੇ ਫਿਰ ਜਦੋਂ ਜਿਸ ਧਿਰ ਨੂੰ ਆਪਾਂ ਕਹਿੰਦੇ ਆ ਵੀ ਉਹਨੂੰ ਲੀਡ ਕਰ ਰਹੀ ਹੈ ਉਸ ਵਾਲੇ ਵੀ ਤਾਂ ਇੱਥੇ ਬਹੁਤ ਆਏ ਹੋਏ ਨੇ। ਸੋ ਮੇਰੇ ਕਹਿਣ ਦਾ ਮਤਲਬ ਉਹ ਫਿਰ ਕਾਸਟ ਹੈ ਨਾ ਸਰ, ਉਹਦੇ 'ਚ ਫਿਰ ਕਾਸਟ ਔਰ ਕਰਪਸ਼ਨ ਹੋਏਗੀ। ਮਤਲਬ 3 C 'ਚੋਂ ਤੁਹਾਨੂੰ ਇੱਕ C ਨੇ ਸਤਾਉਣਾ ਹੀ ਸਤਾਉਣਾ ਆ, ਆਈਦਰ ਕਰਪਸ਼ਨ ਔਰ ਕਾਸਟ ਔਰ ਕਮਿਊਨਿਜ਼ਮ। ਜੇ 3 C ਨਹੀਂ ਹੈਗੇ ਨਾ ਸਰ, ਇੰਡੀਆ ਵਰਗਾ ਕੰਟਰੀ ਕੋਈ ਨਹੀਂ ਹੈ। ਮਤਲਬ ਇੰਡੀਆ ਇਜ਼ ਅ ਸਵਰਗ, ਮਤਲਬ ਧਰਤੀ ਤੇ ਹੋਏਗਾ। ਲੇਕਿਨ ਇਹ ਦੇਖੋ ਮੈਂ ਤੁਹਾਨੂੰ ਦੱਸਦਾ, ਤੁਸੀਂ ਜੇ ਪੰਜਾਬ 'ਚ ਰਹਿੰਦੇ ਆ, ਪੰਜਾਬ ਦੇ ਅੰਦਰ ਕਾਸਟ ਬੇਸ ਪੋਲਿਟਿਕਸ ਬਹੁਤ ਜ਼ਿਆਦਾ ਆ। ਯੂਪੀ 'ਚ ਕਾਸਟ ਬੇਸ ਪੋਲਿਟਿਕਸ ਬਹੁਤ ਜ਼ਿਆਦਾ ਆ, ਹਰਿਆਣਾ 'ਚ ਵੀ ਕਾਸਟ ਬੇਸ ਹੈਗੀ ਆ। ਤੇ ਇਫ ਯੂ ਡੋਂਟ ਬਿਲੋਂਗ ਟੂ ਮੈਜੋਰਿਟੀ ਕਾਸਟ ਦੈਨ ਯੂ ਫੀਲ ਬੀਇੰਗ ਮਾਰਜਨਲਾਈਜ਼ਡ। ਸਿਮਿਲਰਲੀ ਜੇ ਕਮਿਊਨਲ ਬੇਸ ਹੈਗੀ ਹੈ, ਇਫ ਯੂ ਡੋਂਟ ਬਿਲੋਂਗ ਟੂ ਮੈਜੋਰਿਟੀ ਕਮਿਊਨਿਟੀ ਯੂ ਫੀਲ ਬੀਇੰਗ ਮਾਰਜਨਲਾਈਜ਼ਡ। ਜੇ ਦੋਨੋਂ ਠੀਕ ਹੈਗੇ ਨੇ then corruption ਹੈਗੀ ਆ। So this is my personal ਮੇਰੇ ਖਿਆਲ ਆਪੋ ਆਪਣੇ ਕਾਰਨ ਨੇ ਸਭ ਦੇ ਆਪੋ ਆਪਣੇ ਕਾਰਨ ਨੇ। ਤੇ ਕਈ ਵਾਰ ਅਸੀਂ ਇਸ ਕਰਕੇ ਨਹੀਂ ਵੀ ਅਸੀਂ ਤੰਗ ਹੁੰਦੇ ਹਾਂ, ਕਈ ਵਾਰ ਅਸੀਂ ਇਸ ਕਰਕੇ ਜਾਂਦੇ ਹਾਂ ਕਿ ਅਸੀਂ ਕੁਛ ਹੋਰ ਜ਼ਿਆਦਾ ਬਿਹਤਰ ਚਾਹ ਰਹੇ ਹੁੰਦੇ ਹਾਂ। ਦੇਖੋ ਸਰ ਬਿਹਤਰ ਮੈਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇੰਡੀਆ ਇਜ਼ ਡੂਇੰਗ ਪ੍ਰੈਟੀ ਗੁੱਡ। ਇਫ ਯੂ ਲੁੱਕ ਇਨ ਆਈ ਮੇ ਨਾਟ ਐਗਰੀ ਟੂ ਦੀ ਪ੍ਰੈਜ਼ੈਂਟ ਪੋਲੀਟੀਕਲ ਪਾਰਟੀਜ਼ ਇਨ ਇੰਡੀਆ, ਬਟ ਇੰਡੀਆ ਇਜ਼ ਇਨ ਸਪਾਈਟ ਆਫ ਆਲ ਦੀਜ਼ odds। ਦੇਖੋ ਇੰਡੀਅਨ ਇਕਾਨਮੀ ਇਜ਼ ਡੂਇੰਗ ਗੁੱਡ। ਇੰਡੀਅਨ ਰੁਪੀ ਕੰਪੇਅਰ ਟੂ ਤੁਸੀਂ ਉਸ ਖੇਤਰ 'ਚ ਦੇਖੋਗੇ ਹੈਜ਼ ਬੀਨ ਵੈਰੀ ਸਟਰੋਂਗ। ਔਰ ਤੁਸੀਂ ਦੇਖੋ ਆਸੇ ਪਾਸੇ ਇੰਡੀਆ ਦਾ, ਸ਼੍ਰੀਲੰਕਾ ਦਾ ਕੀ ਹਾਲ ਆ, ਪਾਕਿਸਤਾਨ ਦਾ ਕੀ ਹਾਲ ਹੈ। ਸੋ ਇੰਡੀਆ ਇਜ਼ ਡੂਇੰਗ ਕੰਪੈਰੇਟਿਵਲੀ ਬੈਟਰ, ਲੇਕਿਨ ਐਟ ਦ ਸੇਮ ਟਾਈਮ ਇਕਨੋਮਿਕਲੀ ਕਿਤੇ ਬੈਟਰ, ਆਪਣੇ ਆਂਡੀਆਂ ਗੁਆਂਢੀਆਂ ਤੋਂ ਤਾਂ ਕਿਤੇ ਬੈਟਰ। ਯੈਸ ਹਰ ਖੇਤਰ 'ਚ। ਯੈਸ ਖੈਰ ਜੀ ਆਪਾਂ ਉਹ ਹੋਰ ਦੂਜੇ ਪਾਸੇ ਚਲੇ ਗਈ ਜੀ ਗੱਲ। ਅਮਨ ਪੁੱਛ ਰਹੇ ਨੇ ਕਿ ਆਪਸ਼ਨ ਟ੍ਰੇਡਿੰਗ ਬਾਰੇ ਪੁੱਛ ਰਹੇ ਨੇ। ਆਪਸ਼ਨ ਟ੍ਰੇਡਿੰਗ ਯੈਸ ਯੂ ਕੈਨ ਡੂ ਆਪਸ਼ਨ ਟ੍ਰੇਡਿੰਗ, ਸ਼ਾਰਟ ਕਰ ਸਕਦੇ ਹਾਂ, ਫਿਊਚਰਸ ਬਾਏ ਕਰ ਸਕਦੇ ਹਾਂ ਸਰ। ਬਟ ਇਹਦੇ ਅੰਦਰ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਚਾਹੀਦੀ ਹੈ ਸਰ। ਇਹਦੇ 'ਚ ਨਾਟ ਜਸਟ ਹੈਵਿੰਗ ਅ ਨੌਲੇਜ ਅਬਾਊਟ ਦ ਸਟਾਕਸ, ਪਰ ਤੁਹਾਨੂੰ ਇਹਦੇ ਅੰਦਰ ਜਿਹੜੀ ਹੈ ਯੂ ਨੀਡ ਟੂ ਨੋ ਦ ਪਲਸ ਆਫ ਦੀ ਸਟਾਕ ਆਲਸੋ। ਔਰ ਇਹਦੇ ਅੰਦਰ ਰਿਸਕ ਜਿਹੜਾ ਹੈ ਆਪਸ਼ਨਸ ਦੇ ਅੰਦਰ, ਜੇ ਸਟਾਕਸ ਦੇ ਅੰਦਰ ਤੁਸੀਂ ਕਹਿ ਲਓ ਸ਼ਮੀਲ ਜੀ, ਜੇ ਮਤਲਬ 100 ਚੋਂ 20% ਰਿਸਕ ਹੈ ਤੇ ਆਪਸ਼ਨਸ ਦੇ ਅੰਦਰ 80% ਰਿਸਕ ਹੈ। ਤੁਸੀਂ ਰਾਤੋਂ ਰਾਤ ਜਿਹੜੇ ਅਮੀਰ ਵੀ ਬਣ ਸਕਦੇ ਆ, ਰਾਤੋਂ ਰਾਤ ਤੁਸੀਂ ਜ਼ਮੀਨ ਤੇ ਵੀ ਆ ਸਕਦੇ ਸਰ। ਅੱਛਾ, ਇਹ ਹੈਰੀ ਦਾ ਕਿ ਇਸ ਟਾਈਮ ਲੋਬਲਾ ਆਪਣਾ ਇੱਕ ਕਮੋਸ਼ਨ ਖਤਮ ਕੀ ਹੈ, ਮੈਨੂੰ ਲੱਗਦਾ ਕੁਝ ਮਿਸਿੰਗ ਹੋਏਗਾ ਨਾ, ਮੇਰੇ ਸਮਝ ਨਹੀਂ ਆਇਆ। Loblaws is expanding sir. Loblaws ਪਿੱਛੇ ਸੀਗਾ ਇਹਨਾਂ ਦਾ ਕਿ I think they're investing more than $1 billion opening some new stores. ਲੇਕਿਨ Loblaws sir ਬਿਲਕੁਲ ਮੌਕੇ ਤੇ ਚੌਕਾ ਲਾਇਆ। Loblaws ਵਰਗੀ ਕੰਪਨੀ ਨੇ ਕਾਫੀ ਪੈਸੇ ਕਮਾਏ ਔਰ ਕਮਾ ਰਹੀ ਹੈ। ਈਵਨ ਕੱਲ ਵੀ ਨਿਊਜ਼ ਸੀਗਾ ਵੀ ਸ਼ਾਪਰਸ ਡਰੱਗ ਮਾਰਟ ਆਲਸੋ ਇਜ਼ ਓਨਡ ਬਾਈ Loblaws। ਇਹਨਾਂ ਦੇ ਅੰਦਰ ਵੀ ਕੁਝ ਫਾਰਮਾਸਿਸਟ ਨੂੰ ਜਿਹੜਾ ਹੈ ਉਹ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਵੀ ਕਿਸ ਤਰੀਕੇ ਨਾਲ ਤੁਸੀਂ ਜਿਹੜੀ ਹੈ ਉਹ ਉਹਨਾਂ ਦੀ ਕਿਹੜੀ ਖਾਸ ਪ੍ਰਸਕ੍ਰਿਪਸ਼ਨ ਮੈਡੀਸਨ ਫਿਲ ਅਪ ਕਰਨੀ ਹੈਗੀ ਆ। ਸੋ ਦਿਸ ਇਜ਼ ਅ ਪਿਓਰ ਯੂ ਕੁਡ ਸੀ ਅਗਲੀ ਸਾਈਡ ਆਫ ਦੀ ਕੈਪੀਟਲਿਜ਼ਮ। ਅੱਛਾ, ਇੱਕ ਮੈਸੇਜ ਹੈ, ਇੱਕ ਸਵਾਲ ਹੈ ਇਹਨਾਂ ਦਾ ਕਿ ਆਪਾਂ ਇਨਫਲੇਸ਼ਨ ਦੀ ਗੱਲ ਕਰਦੇ ਹਾਂ ਤੇ ਇਨਫਲੇਸ਼ਨ 'ਚ ਅਲੱਗ-ਅਲੱਗ ਹੈਗੇ ਨੇ ਨਾ ਉਹਦੇ 'ਚ ਐਲੀਮੈਂਟ ਜਿਨ੍ਹਾਂ ਦੇ ਬੇਸ ਤੇ ਉਹਦੇ 'ਚ ਜਿਹੜੇ ਮੌਰਗੇਜ ਦਾ ਹਾਊਸਿੰਗ ਦੇ ਖਰਚੇ ਨੇ ਉਹਨਾਂ ਦਾ ਕਿੰਨਾ ਵੱਡਾ ਸ਼ੇਅਰ ਹੈ? ਬਹੁਤ ਵੱਡਾ ਇਫੈਕਟ ਹੈ ਜੀ। ਉਹਨੂੰ ਮਾਈਨਸ ਕਰ ਦਈਏ ਯੈਸ ਬਹੁਤ ਥੱਲੇ ਆ ਜਾਏਗੀ। ਬਿਲਕੁਲ ਸਰ, ਬਿਲਕੁਲ ਬਿਕਾਜ਼ ਆਫ ਦੀ ਹਾਈ ਇੰਟਰਸਟ ਰੇਟਸ। ਇਹ ਜਿਹੜੀ ਤੁਸੀਂ ਦੇਖ ਰਹੇ ਆ ਇਨਫਲੇਸ਼ਨ ਦੇ ਅੰਦਰ ਆંકੜਾ ਜਿਹੜਾ ਹਾਈ ਇਸੇ ਕਰਕੇ ਹੈ ਕਿ ਹਾਈ ਜਿਹੜੇ ਰੈਂਟ ਵੀ ਇਸੇ ਕਰਕੇ ਨੇ ਕਿਉਂਕਿ ਇੰਟਰਸਟ ਰੇਟ ਹਾਈ ਹੈ। ਔਰ ਜਿਹੜਾ ਆਮ ਜਿਹੜਾ ਹਾਊਸ ਓਨਰ ਹੈਗਾ ਆ ਉਹਨੂੰ ਮੌਰਗੇਜ ਇੰਟਰਸਟ ਬਹੁਤ ਦੇਣਾ ਪੈ ਰਿਹਾ, ਇਸੇ ਕਰਕੇ ਵੀ ਇਨਫਲੇਸ਼ਨ ਹਾਈ ਹੈਗੀ ਸਰ। ਅੱਛਾ, ਗੁਰਿੰਦਰ ਕਹਿੰਦੇ ਨੇ ਗੋਲਡ ਕੋਈ ਇਹ ਨਹੀਂ ਕਿ ਇਕੱਲਾ ਇਹ ਕੋਈ ਜਿਹੜੀਆਂ ਇੰਡੀਅਨ
ਜਿਹੜੀਆਂ ਔਰਤਾਂ ਦੀ ਕੋਈ ਕਲਚਰਲੀ ਫੇਵਰਟ ਆਈਟਮ ਹੈ, ਕਹਿੰਦੇ ਇਹ ਸਭ ਤੋਂ ਸੇਫ ਇਨਵੈਸਟਮੈਂਟ ਹੈ ਲੌਂਗ ਟਰਮ ਵਾਸਤੇ। It's a safe haven against uncertainty, sir. It's not gold doesn't make you money. Gold ਤੁਸੀਂ ਲਿਆ ਕੇ ਸੋਨਾ ਰੱਖ ਲਓ, you're expecting ਕਿ gold ਇਹ ਤੇ ਹੈ ਨਾ gold ਪੈਸੇ ਬਣਾ ਕੇ ਦੇ ਰਿਹਾ, gold you're anticipating ਕਿ gold ਦਾ ਰੇਟ ਉੱਤੇ ਜਾਏਗਾ। ਹਾਂ, gold should have been a part of your assets, but not only ਕਿ ਤੁਸੀਂ ਜ਼ਿਆਦਾ ਪੈਸੇ ਕੋਈ 5-7% ਤੁਸੀਂ ਪੈਸੇ gold 'ਚ ਪਾ ਕੇ ਰੱਖੇ ਹੋਏ safe, that is one of your assets, you should keep it, but not only the asset. ਅਲੱਗ-ਅਲੱਗ ਹੁਣ ਕਮੈਂਟ ਨੇ ਕਿ ਜੋ ਗੱਲ ਤੁਸੀਂ ਕੀਤੀ ਸੀ ਵੀ ਇੰਡੀਆ 'ਚੋਂ ਜੇ ਇਕੋਨਮੀ ਵਧੀਆ ਚੱਲ ਰਹੀ ਤਾਂ ਕਿਉਂ ਆ ਰਹੇ ਨੇ, ਫਿਰ ਹੁਣ ਹਰ ਕਿਸੇ ਨੇ ਆਪਣੇ ਵਿਚਾਰ ਦਿੱਤੇ ਨੇ। ਮੇਰਾ ਖਿਆਲ ਹੈ ਉਹ ਤਾਂ ਲੰਬੀ ਚੌੜੀ ਉਹ ਬੜੀ ਲੰਬੀ ਚੌੜੀ ਗੱਲ ਹੈ। ਇਨਫੈਕਟ ਲੈਟ ਮੀ ਆਲਸੋ, ਮੈਂ ਤੁਸੀਂ ਹੁਣੇ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਪੀਅਰ ਪੋਲਿਵ ਦੀ ਇੰਟਰਵਿਊ ਲੈ ਰਹੇ ਸੀ। I had a chance to meet him and he asked me what you think of how was my interview. ਤੇ ਮੈਂ ਕਿਹਾ ਭਾਈ ਸਾਹਿਬ, I may not agree with you 100% but you got my attention. Then he asked me, then somebody introduced कि he's a financial advisor, and he asked me, what do you think about the finance? इस गल्लों तो मैं बिल्कुल कहांगा जी कि he will handle the country's finances better than anyone else among all the three parties. I may not subscribe to any one political opinion, whether A, B, C, but one thing, he has a good track record, the way he's a straight shooter. I think he will handle the finances of this country better than anyone else. ਚਲੋ, ਇਹ ਤੁਹਾਡੇ ਵਿਚਾਰ ਨੇ ਜੀ। ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਆਪਣੇ ਮਨਜਿੰਦਰ ਜੀ ਸਵਾਲ ਲਈ। ਪਰ ਇਹ ਜਿਹੜੇ ਹੁਣ ਕਮੈਂਟ ਨੇ ਅਸੀਂ ਅਵੋਇਡ ਕਰਦੇ ਹਾਂ। ਅਤੇ ਅਤਿੰਦਰ ਕਹਿੰਦੇ ਨੇ ਜੀ ਐਲਬਰਟਾ 100% ਆਇਲ ਐਂਡ ਗੈਸ 'ਤੇ ਡਿਪੈਂਡੈਂਟ ਨਹੀਂ ਹੈ ਤਾਂ ਨਹੀਂ ਹੈ 100%। ਯੈਸ, ਇਹਦੀ ਜਿਹੜੀ ਡਿਪੈਂਡੈਂਸੀ ਹੈ ਉਹ ਘਟ ਗਈ ਹੈ ਸਰ। ਦੇਖੋ, ਟਰੈਵਲ ਐਂਡ ਟੂਰਿਜ਼ਮ ਵੱਲ ਵੀ ਉਹ ਕਾਫੀ ਹੈਗਾ ਆ, ਲੇਕਿਨ ਕਿਸੇ ਜ਼ਮਾਨੇ ਦੇ ਅੰਦਰ ਆਇਲ ਜਿਹੜਾ ਸੈਕਟਰ ਸੀਗਾ ਉਹ ਐਲਬਰਟਾ ਦਾ ਤਾਂ ਮੇਨ ਸੈਕਟਰ ਹੁੰਦਾ ਸੀ। ਕੈਨੇਡਾ ਵੀ ਕਾਫੀ ਹੱਦ ਤੱਕ ਡਿਪੈਂਡੈਂਸੀ ਹੁੰਦੀ ਸੀਗੀ, ਲੇਕਿਨ ਕਾਫੀ ਘਟ ਗਈ ਹੈ ਸਰ, ਵਿਚ ਇਜ਼ ਗੁੱਡ ਥਿੰਗ। ਅਤੇ ਚਲੋ ਜੀ, ਹੁਣ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਥੋੜ੍ਹਾ ਪਰਸਨਲ ਫਾਈਨੈਂਸਿਸ ਵੱਲ ਆਈਏ। RRSP ਦਾ ਦੌਰ ਲੰਘ ਗਿਆ। RRSP ਦੌਰ ਲੰਘ ਗਿਆ ਸਰ। ਯੈਸਟਰਡੇ ਵਾਸ ਅ ਡੈਡਲਾਈਨ। ਅਸੀਂ ਆ ਗਏ ਹਾਂ ਜੀ ਜੀ। ਅਤੇ ਕਿਸ ਤਰ੍ਹਾਂ ਰਿਹਾ ਇਸ ਵਾਰ RRSP? ਸ਼ਮੀਲ ਜੀ, ਮੈਨੂੰ ਇਸ ਵਾਰੀ ਬੜੀ ਹੈਰਾਨੀ ਇਹ ਗੱਲੋਂ ਹੋਈ। ਆਈ ਵਾਜ਼ ਐਕਸਪੈਕਟਿੰਗ ਕਿ ਬੜਾ ਲੋ ਸੀਜ਼ਨ ਜਾਏਗਾ, ਕਿ ਲੋਕਾਂ ਕੋਲ ਪੈਸੇ ਨਹੀਂ ਹੈਗੇ ਆ, ਬਈ ਲੋਕ ਤਾਂ ਇੰਨੇ ਵੱਧ ਮੌਰਗੇਜ ਇੰਟਰਸਟ ਦੇ ਰਹੇ ਆ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਮੇਰੇ ਕੋਲ 10-12 ਕਸਟਮਰ ਇਹੋ ਜਿਹੇ ਆਏ ਜਿਨ੍ਹਾਂ ਨੇ ਲੱਖ $1.5 ਲੱਖ ਇਕੱਠੇ RRSP 'ਚ ਨਵੇਂ ਇਨਵੈਸਟਮੈਂਟ ਕੀਤੀ। No, you may ask me ਵੀ ਇਹ ਕਿਸ ਤਰ੍ਹਾਂ ਹੋ ਗਿਆ। Even I was surprised. ਉਹ ਦਰਅਸਲ ਪਿਛਲੇ ਸਾਲ ਕਈ ਲੋਕਾਂ ਨੇ ਆਪਣੀ ਇਨਵੈਸਟਮੈਂਟ ਪ੍ਰੋਪਰਟੀਜ਼ ਵੇਚੀਆਂ ਸਰ। ਉਹਨਾਂ ਨੇ ਇਨਵੈਸਟਮੈਂਟ ਪ੍ਰੋਪਰਟੀਜ਼ ਵੇਚੀ ਹੈ। ਮਤਲਬ ਕਈ ਲੋਕ ਤੇ ਇਸ ਤਰ੍ਹਾਂ ਦੇ ਹੈਗੇ ਜਿਹਨੇ ਜ਼ਿੰਦਗੀ 'ਚ ਕਦੀ RRSP 'ਚ ਇਨਵੈਸਟਮੈਂਟ ਹੀ ਨਹੀਂ ਕੀਤੇ। ਉਹਦੇ ਕੋਲ 3-4 ਘਰ ਲਏ ਸੀਗੇ, ਉਹਨੇ ਇੱਕ ਘਰ ਵੇਚਿਆ, 4 ਲੱਖ ਦਾ ਲਿਆ ਸੀ, ਉਹ ਕਹਿੰਦਾ ਜੀ ਮੈਂ 15 ਲੱਖ ਦਾ ਵੇਚਿਆ ਆ। ਉਹਨੂੰ 11 ਲੱਖ ਦਾ ਕੈਪੀਟਲ ਗੇਨ ਸੀਗਾ, 5.5 ਲੱਖ ਦਾ ਉਹਨੂੰ ਕੈਪੀਟਲ ਗੇਨ ਟੈਕਸੇਬਲ ਗੇਨ ਸੀਗਾ। ਅਤੇ ਉਸ ਬੰਦੇ ਨੂੰ ਹੋਰ ਕੋਈ ਚੋਇਸ ਨਹੀਂ ਸੀਗੀ ਟੈਕਸ ਬਚਾਉਣ ਦੀ। ਉਹ ਬੰਦੇ ਨੇ ਇਕੱਠਾ ਹੀ $1.5 ਲੱਖ ਜਿਹੜਾ ਹੈ ਉਹ RRSP 'ਚ ਇਨਵੈਸਟਮੈਂਟ ਕੀਤਾ। ਤਾਂ ਇਹ ਚੀਜ਼ ਮੈਂ ਵੀ ਕਦੀ ਜ਼ਿੰਦਗੀ 'ਚ ਨਹੀਂ ਸੋਚੀ ਸੀ ਵੀ ਇਸ ਤਰ੍ਹਾਂ ਵਰਗੇ ਟਾਈਮ ਦੇ ਅੰਦਰ ਵੀ, ਜਦੋਂ ਮਤਲਬ ਇਕਾਨਮੀ ਇਜ਼ ਨੋਟ ਡੋਲਡਰਮ ਦੇ ਅੰਦਰ ਹੈ, ਲੋਕ ਪੀਪਲ ਆਰ ਨੋਟ ਅਪਬੀਟ ਅਬਾਊਟ ਦ ਇਕਾਨਮੀ, ਲੋਕਾਂ ਕੋਲ ਪੈਸੇ ਨਹੀਂ ਹੈਗੇ, ਕੈਸ਼ ਕਰੰਚ ਹੈਗਾ ਆ, ਬਟ ਦਿਸ ਹੈਜ਼ ਬੀਨ ਅ ਫੈਂਟਾਸਟਿਕ। ਜਿਹੜੇ 10-12 ਜਣੇ ਜਦੋਂ ਦੱਸਿਆ ਵੀ ਜਿਹੜੇ $100,000 ਪਾਉਣ ਵਾਲੇ ਸੀਗੇ, ਪਰ ਓਵਰਆਲ ਜਿਹੜਾ ਹੈ ਇੱਕ ਮਤਲਬ ਮੇਰਾ ਖਿਆਲ ਹੈ ਜਿਹੜੀ ਚੀਜ਼ ਨਾ ਸਾਰੀ ਕਈ ਵਾਰ ਅਸੀਂ ਘਰਾਂ ਦੀ ਉਹ ਬਿਡਿੰਗ ਬਾਰੇ ਵੀ ਗੱਲ ਕਰਦੇ ਹਾਂ ਜੀ, ਇਹ ਇਸ ਤਰ੍ਹਾਂ ਐਕਸਪਲੇਨ ਹੋ ਸਕਦੀ ਕਿ ਹੁਣ ਇੰਨਾ ਵੱਡਾ ਸਮਾਜ ਹੈ ਜੀ, ਇੰਨੇ ਜ਼ਿਆਦਾ ਲੋਕ ਨੇ ਜੀ, ਉਹਨਾਂ 'ਚ ਹੁਣ ਸਾਰੇ ਲੋਕ ਇੱਕੋ ਤਰ੍ਹਾਂ ਦੇ ਥੋੜ੍ਹਾ ਨੇ। ਯੈਸ, ਕਈਆਂ ਦੇ ਫਾਈਨੈਂਸਿਸ ਬਹੁਤ ਚੰਗੇ ਨੇ, ਕਈਆਂ ਕੋਲ ਕੋਈ ਇਸ ਤਰ੍ਹਾਂ ਪੈਸਾ ਬਣਿਆ ਹੋਇਆ, ਕਈਆਂ ਕੋਲ ਸੇਵਿੰਗ ਅੱਛੀਆਂ ਨੇ, ਕਈਆਂ ਦੀਆਂ ਜੋਬਸ ਅਤੇ ਇਨਕਮ ਅੱਛੀਆਂ ਨੇ। ਅਤੇ ਇਸ ਕਰਕੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਅਲੱਗ-ਅਲੱਗ ਤਰੀਕੇ ਨਾਲ ਕਰ ਰਹੇ ਨੇ। ਪਰ ਆਪਾਂ ਜਦੋਂ ਦੇਖਦੇ ਹਾਂ ਕਿਤੇ ਤਾਂ ਆਪਾਂ ਨੂੰ ਲੱਗਦਾ ਸ਼ਾਇਦ ਸਾਰੇ ਲੋਕ ਹੀ ਬਿਡਿੰਗ ਕਰ ਰਹੇ ਨੇ। ਨਹੀਂ, ਇਸ ਤਰ੍ਹਾਂ ਨਹੀਂ ਹੈ। ਉਹ ਇੱਕ ਛੋਟਾ ਸੈਗਮੈਂਟ ਹੈ। ਇੱਕ ਸੈਗਮੈਂਟ ਇਹੋ ਜਿਹਾ ਵੀ ਹੈ ਜਿਹਦੇ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ। ਦੇਖੋ ਸਰ, ਜਿਹੜੇ ਪਿਛਲੇ 5-10 ਸਾਲ 'ਚ ਆਏ ਨਾ ਉਹਨਾਂ ਲਈ ਬਹੁਤ ਔਖਾ ਟਾਈਮ ਹੈ ਵਿਚਾਰਿਆਂ ਲਈ। ਜਿਹੜੇ 10 ਤੋਂ 20 ਸਾਲ ਦੇ ਅੰਦਰ ਆਏ ਆ ਉਹਨਾਂ ਲਈ ਠੀਕ ਹੈ ਟਾਈਮ। ਜਿਹੜੇ 20 ਸਾਲ ਤੋਂ ਪਹਿਲਾਂ ਆਏ ਆ ਦੇ ਆਰ ਡੂਇੰਗ ਫੈਂਟਾਸਟਿਕ। ਇਹ ਦੇਖੋ, ਇਹ ਮੇਰਾ ਆਪਣਾ ਜਾਤੀ ਨਜ਼ਰੀਆ ਹੈ ਵੀ ਪਹਿਲਾਂ ਕੈਨੇਡਾ 'ਚ ਸੈਟਲ ਹੋਣਾ ਬੜਾ ਸੌਖਾ ਸੀ। ਤੁਸੀਂ 2-3 ਸਾਲ 'ਚ ਤੁਸੀਂ ਜਾਂ 5 ਸਾਲ 'ਚ ਵਧੀਆ ਸੈਟਲ ਹੋ ਜਾਂਦੇ ਸੀ, ਆਪਣਾ ਘਰ ਵੀ ਲੈ ਲੈਂਦੇ ਸੀ। ਮੇਰੇ ਹਿਸਾਬ ਦੇ ਨਾਲ ਉਹ ਹੁਣ ਡਿਲੇ ਹੋ ਗਿਆ। ਉਹ ਜਿਹੜਾ
3 ਜਾਂ 5 ਸਾਲ 'ਚ ਤੁਹਾਡਾ ਸੈਟਲਮੈਂਟ ਹੁੰਦੀ ਸੀਗੀ, ਉਹ ਹੁਣ ਮੇਰੇ ਖਿਆਲ 10 ਜਾਂ 15 ਸਾਲ 'ਚ ਹੋ ਗਈ ਹੈ। ਨੰਬਰ 1 ਨੰਬਰ 2 ਜਿਹੜੀ ਇਮੀਗ੍ਰੇਸ਼ਨ ਹੈ ਉਹ ਵੀ ਟਫ ਹੋ ਗਈ ਹੈ। ਥਰਡ ਜਿਹੜਾ ਹੈ ਤੁਹਾਡੇ ਕੋਲ ਆਪਸ਼ਨਸ ਜਿਹੜੀਆਂ ਵੱਧ ਗਈਆਂ ਹੈਗੀਆਂ ਹੁਣ। ਮਤਲਬ ਤੁਸੀਂ ਦੇਖੋ ਹੁਣ ਲੋਕ ਆਸਟ੍ਰੇਲੀਆ ਵੀ ਜਾਂਦੇ ਆ, ਨਿਊਜ਼ੀਲੈਂਡ ਵੀ ਜਾਂਦੇ ਆ, ਇੰਗਲੈਂਡ ਵੀ ਜਾਂਦੇ ਆ, ਈਵਨ ਅਮਰੀਕਾ ਲੋਕ ਪੜ੍ਹਨ ਜਾਂਦੇ ਆ। ਸੋ ਆਪਸ਼ਨਸ ਬਹੁਤ ਸਾਰੀਆਂ ਹੈਗੀਆਂ ਅਤੇ ਇਸ 'ਚ ਕੋਈ ਉਹ ਕਮੀ ਨਹੀਂ ਹੈ। ਬਾਕੀ ਹੈ ਕਿ ਜਿਨ੍ਹਾਂ ਮੁਲਕਾਂ 'ਚੋਂ ਲੋਕ ਆ ਰਹੇ ਨੇ, ਕਈ ਉਹਨਾਂ ਮੁਲਕਾਂ 'ਚ ਵੀ ਜਿਵੇਂ ਚਾਈਨਾ ਦੀ ਆਪਣੀ ਚਾਈਨਾ ਦੀ ਆਪਣੀ ਪ੍ਰੋਬਲਮਸ ਹੈ। ਚਾਈਨੀਜ਼ ਦੇ ਅੰਦਰ ਹੁਣੇ ਬਲਕਿ ਕੱਲ੍ਹ ਹੀ ਮੈਂ ਪੜ੍ਹ ਰਿਹਾ ਸੀ ਕਿ ਚਾਈਨੀਜ਼ ਪ੍ਰੀਮੀਅਰ ਨੇ ਜਿਹੜੇ ਇੰਟਰਨੈਸ਼ਨਲ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਜਾਂ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਨੇ ਉਹਨਾਂ ਦੀ ਮੀਟਿੰਗ ਸੱਦੀ ਹੈ ਵੀ ਕਿਉਂਕਿ ਕੌਨਫੀਡੈਂਸ ਜਿਹੜਾ ਹੈ ਉਹ ਚਾਈਨਾ 'ਚ ਘੱਟ ਰਿਹਾ ਹੈ ਇੰਟਰਨੈਸ਼ਨਲ ਕਮਿਊਨਿਟੀ ਦਾ, ਅਤੇ ਵੀ ਕਿਸ ਤਰ੍ਹਾਂ ਜਿਹੜੀ ਹੈ ਉਹ ਇਨਵੈਸਟਮੈਂਟ ਵਾਪਸ ਲਿਆਈ ਜਾਏ ਜਾਂ ਐਟਲੀਸਟ ਜਿਹੜੀ ਬਾਹਰ ਜਾ ਰਹੀ ਹੈ ਖਾਸ ਤੌਰ 'ਤੇ ਟਾਈਵਾਨ, ਫਿਲੀਪੀਨਸ, ਟੂ ਸਮ ਐਕਸਟੈਂਟ ਇੰਡੀਆ ਆਲਸੋ, ਵੀ ਉਹਨੂੰ ਕਿਸ ਤਰ੍ਹਾਂ ਰੋਕਿਆ ਜਾਏ ਜੀ। ਬਹੁਤ ਸ਼ੁਕਰੀਆ ਜੀ। ਅਤੇ ਕੋਈ ਆਖਰ ਦੇ ਵਿੱਚ ਤੁਸੀਂ ਸ਼ੇਅਰ ਕਰਨਾ ਚਾਹੋਗੇ ਆਪਣਾ ਕੰਟੈਕਟ ਇਨਫੋਰਮੇਸ਼ਨ? ਸਵਾਲ ਤਾਂ ਆਈ ਜਾ ਰਹੇ ਨੇ ਪਰ ਮੇਰੇ ਖਿਆਲ ਹੈ ਵੀ ਆਪਾਂ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਰੁਕਣਾ ਪੈਣਾ। ਸ਼ੋਰ ਸ਼ਮੀਲ ਜੀ, ਆਈ ਵੁੱਡ ਸੇ ਕਿ ਬੇਸ਼ੱਕ RSP ਟਾਈਮ ਲੰਘ ਗਿਆ ਔਰ ਅਕਸਰ ਲੋਕ ਆਪਣੀ ਜਿਹੜੀ ਪਲੈਨਿੰਗ ਹੈ ਜਾਂ ਤਾਂ ਸਾਲ ਦੇ ਬਿਗਨਿੰਗ 'ਚ ਕਰਦੇ ਆ, RSP ਟਾਈਮ ਕਰਦੇ ਆ। ਆਈ ਥਿੰਕ ਦਿਸ ਇਜ਼ ਦ ਬੈਸਟ ਟਾਈਮ ਯੂ ਸ਼ੁੱਡ ਪਲਾਨ ਯੋਰ ਈਅਰ ਅਹੈਡ। ਖਾਸ ਤੌਰ 'ਤੇ ਫਸਟ ਹੋਮ ਸੇਵਿੰਗ ਅਕਾਊਂਟ ਹੈਗਾ, ਇਹਦੇ ਲਈ ਤਾਂ ਕੈਲੰਡਰ ਈਅਰ ਹੁੰਦਾ ਆ, ਅਤੇ ਤੁਸੀਂ $8,000 ਜੇ ਇਸ ਸਾਲ ਪਾਉਣੇ ਆ, ਤੁਸੀਂ ਮੰਥਲੀ ਸ਼ੁਰੂ ਕਰ ਲਓ ਉਹਨੂੰ, $500-600 ਮੰਥਲੀ ਇੰਸਟਾਲਮੈਂਟ ਨਾਲ ਸ਼ੁਰੂ ਕਰ ਲਓ। ਖਾਸ ਤੌਰ 'ਤੇ ਜਿਹੜੇ ਨਵੇਂ ਲੋਕ ਆਏ ਆ ਜਿਨ੍ਹਾਂ ਨੇ ਘਰ ਜੋੜਨ ਲਈ ਪੈਸੇ ਜਮ੍ਹਾਂ ਕਰਨੇ ਆ ਔਰ ਟੈਕਸ ਇਫੈਕਟਿਵ ਜਮ੍ਹਾਂ ਕਰਨੇ ਆ। So then FHSA is the best investment vehicle, and TFS is also good vehicle. RSP may or may not be good choice under first home buyer plan. ਇਹਦੇ ਬਾਰੇ ਜੇ ਕੋਈ ਸਲਾਹ ਲੈਣੀ ਹੈ ਇਨਵੈਸਟਮੈਂਟ ਬਾਰੇ ਜਾਂ ਇੰਸ਼ੋਰੈਂਸ ਬਾਰੇ, ਕਈ ਤਰ੍ਹਾਂ ਦੀ ਇੰਸ਼ੋਰੈਂਸ ਹੈ ਤੁਹਾਡੇ ਕੋਲ, ਜਾਂ ਤੁਸੀਂ ਸਮਝਦੇ ਬਹੁਤ ਜ਼ਿਆਦਾ ਪੈਸੇ ਪੇ ਕਰ ਰਹੇ ਹੈ, ਜਾਂ ਤੁਹਾਨੂੰ ਕਿਸੇ ਨੇ ਇੰਸ਼ੋਰੈਂਸ ਇਸ ਤਰ੍ਹਾਂ ਵੇਚੀ ਹੈ ਵੀ ਤੁਹਾਨੂੰ ਬਈ ਇਹ ਤਾਂ ਬਿਲਕੁਲ ਸੇਵਿੰਗ ਔਰ ਇਨਵੈਸਟਮੈਂਟ ਹੈ ਵਿਚ ਇਜ਼ ਟੋਟਲੀ ਰੋਂਗ, ਅਤੇ ਜੇ ਉਹਦੇ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਦੈਨ ਗਿਵ ਮੀ ਅ ਕਾਲ। ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798, ਪੰਜਾਬੀ 416-573-4798। ਥੈਂਕ ਯੂ ਸ਼ਮੀਲ ਜੀ।